ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹਲਾ ਪੰਜਵਾਂ ਕਰ ਦੂਜਾ। ਯਾਨੜੀਏ ਕਹਿ ਕਰ ਗਾਵਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਨ ਕੋ ਤੁਮ ਏਕ। ਮੈਂ ਮਨ ਤੇਰੀ ਟੇਕ ਪਿਆਰੇ, ਮੈਂ ਮਨ ਤੇਰੀ ਟੇਕ। ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਨ ਕੋ ਤੁਮ ਏਕ। ਰਹਾ ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੋ ਹੋਏ ਦਇਆਲਾ। ਸਫਲ ਮੂਰਤ ਗੁਰਦੇਵ ਸੁਆਮੀ, ਸਰਬ ਕਲਾ ਭਰਪੂਰੇ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜ਼ੂਰੇ। ਸੁਣ ਸੁਣ ਜੀਵਾ ਸੋਹੇ ਤਿਨਾ ਕੀ, ਜਿਨੇ ਅਪੁਨਾ ਪ੍ਰਭ ਜਾਤਾ। ਹਰ ਨਾਮੇ ਆਰਾਧੈ ਨਾਮ ਵਖਾਣੈ, ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮਾਂਗੈ, ਪੂਰੈ ਕਰਮ ਕਮਾਵਾ। ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾ। ਵੱਡ ਭਾਗੀ ਸੇ ਕਾਢੀ ਹੈ ਪਿਆਰੇ, ਸੰਤ ਸੰਗਤ ਜਿਨਾ ਵਾਸੋ। ਅੰਮ੍ਰਿਤ ਨਾਮ ਅਰਾਧੀਐ, ਨਿਰਮਲ ਮਨੈ ਹੋਵੈ ਪਰਗਾਸੋ। ਜਨਮ ਮਰਨ ਦੁਖ ਕਾਟੀਐ ਪਿਆਰੇ, ਚੂਕੈ ਜਮ ਕੀ ਕਾਣੇ। ਤਿਨ੍ਹਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਪਹਾਣੇ। ਊਚੇ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਧਰੈ ਸੁਣਤੇ ਉਧਰੈ, ਬਿਨਸੈ ਪਾਪ ਕਨੇਰੇ। ਪਸ਼ੂ ਪ੍ਰੇਤ ਮੁਕਦ ਕੋ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸ਼ਰਨ ਆਈ, ਸਦਾ ਸਦਾ ਬਲਿਹਾਰੈ। ਪਸ਼ੂ ਪ੍ਰੇਤ ਮੁਕਦ ਕੋ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸ਼ਰਨ ਆਈ, ਸਦਾ ਸਦਾ ਬਲਿਹਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਸ਼ਾਮ ਸਮੇਂ ਸੰਗਤ ਦੀਆਂ ਘੜੀਆਂ ਅਸੀਂ ਪ੍ਰਾਪਤ ਕੀਤੀਆਂ ਨੇ। ਆਪ ਗੁਰੂ ਹਜ਼ੂਰ ਹਾਜ਼ਰ ਹੋ ਪਾਏ ਹੋ, ਬੜ ਭਾਗਤਾ ਹੈ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਬਿਲਾਵਲ ਰਾਗ ਤੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਸੰਦੇਸ਼ ਅਸੀਂ ਵਿਚਾਰਦੇ ਹਾਂ। ਸ਼ਬਦ ਆਪਨੇ ਸਰੋਤ ਪਾਇਆ। ਬੀਤੇ ਕੱਲ ਇਹਦੀ ਤਕਰੀਰ ਵਿਚਾਰ ਅਸੀਂ ਪ੍ਰਾਰੰਭ ਕੀਤੀ ਸੀ। somehow I missed to discuss the title of this ਸ਼ਬਦ। ਅਕਸਰ ਐਸਾ ਨਹੀਂ ਹੁੰਦਾ, ਹਮੇਸ਼ਾ ਅਸੀਂ ਟਾਈਟਲ ਤੋਂ ਬਾਅਦ ਸ਼ੁਰੂ ਕਰਦੇ ਹਾਂ। ਪਰ ਥੈਂਕ ਯੂ ਵੈਰੀ ਮਚ ਸਾਡੇ ਜਿਹੜੇ ਖਾਸ ਕਰਕੇ ਟੀਵੀ ਦੇ ਸਰੋਤੇ ਨੇ, ਵੱਡੇ ਲੈਵਲ 'ਤੇ ਦੇਖਦੇ ਸੁਣਦੇ, ਤੇ ਆਲਵੇਜ਼ ਨੋਟਿਸ ਈਚ ਐਂਡ ਐਵਰੀਥਿੰਗ। ਉਹਦੇ ਲਈ ਉਹਨਾਂ ਦਾ ਸ਼ੁਕਰੀਆ ਵੀ ਕਰਦੇ ਹਾਂ ਅਸੀਂ। ਸੋ ਸਿਰਨਾਵਾ ਇਹਦਾ, ਜਿਵੇਂ ਕਿ ਮੈਂ ਬੇਨਤੀ ਕਰ ਰਿਹਾ ਸੀਗਾ, ਕਿ ਰਾਗ ਬਿਲਾਵਲ ਹੈ, ਮਹੱਲਾ ਪੰਜਵਾਂ, ਗੁਰੂ ਅਰਜਨ ਸਾਹਿਬ ਉਚਾਰਨ ਕਰਨ ਵਾਲੇ ਨੇ। ਕਰ ਦੂਜਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਨੇ।
The main part, I think, which they really want to understand, that is ਯਾਨੜੀਏ ਕਹਿ ਕਰ ਗਾਵਣ। ਇਹ ਗੁਰਬਾਣੀ 'ਚ ਅਕਸਰ ਤੁਹਾਨੂੰ ਇਹੋ ਜਿਹੇ ਟਾਈਟਲ ਕਿਤੇ ਕਿਤੇ ਮਿਲ ਜਾਂਦੇ ਨੇ। ਕਿਤੇ ਜਿਹੜਾ ਹੈਗਾ ਸ੍ਰੀ ਰਾਗ 'ਚ ਇੱਕ ਦੋ ਜਗ੍ਹਾ 'ਤੇ ਟਾਈਟਲ ਆਉਂਦਾ ਆ, ਫਿਰ ਇੱਕ ਦੋ ਸ਼ਬਦ ਹੋਰ ਗੁਰੂ ਮਹਾਰਾਜ ਇਸ ਤਰੀਕੇ ਨਾਲ ਕੈਰੀ ਕਰਦੇ ਨੇ। ਇੱਥੇ ਜਦੋਂ ਅਸੀਂ ਤਿਲੰਗ ਰਾਗ ਪੜ੍ਹਦੇ ਹਾਂ ਤਾਂ ਸ਼ਬਦ ਆਉਂਦਾ ਹੈ ਯਾਨੜੀਏ ਮਾਨੜਾ ਕਾਏ ਕਰੇ। ਉਸ ਤਿਲੰਗ ਰਾਗ ਦੇ ਜਿਹੜਾ ਘਰ ਆ ਉਸ ਸ਼ਬਦ 'ਤੇ ਨਹੀਂ ਲਿਖਿਆ, ਪਰ ਉਦੋਂ ਪਿਛਲੇ ਸ਼ਬਦ ਦੇ ਉੱਤੇ ਆਉਂਦਾ ਆ ਘਰ ਤੀਸਰਾ ਜਾਂ ਘਰ ਤੀਜਾ। ਜਿਹੜਾ ਉਹ ਘਰ ਤੀਜਾ ਆ ਉਹ ਐਕਚੁਅਲ ਲੈਵਲ 'ਤੇ ਇੱਥੇ ਆ ਰਿਹਾ ਹੈਗਾ। ਸੋ ਇਹਨੂੰ ਦੂਸਰੇ ਘਰ ਵਿੱਚ ਵੀ ਗਾਇਆ ਹੈ, ਤੀਸਰੇ ਘਰ ਵਿੱਚ ਵੀ ਗਾਇਆ ਹੈ। ਦੋਨਾਂ ਰੂਪਾਂ 'ਚ ਇਹਨੂੰ ਦਿੱਤਾ ਗਿਆ ਹੈ। ਮਾਂ ਲਾ ਕੇ ਗਾਣਾ ਹੈ, ਇਕੱਲੇ ਇਕੱਲੇ ਨੂੰ ਗਾਣਾ ਹੈ, ਜਾਂ ਇਹਦੀ ਕੋਈ ਆਪਣੀ ਕੋਈ ਡੈਫੀਨੇਟਲੀ ਕੋਈ ਤਰਤੀਬ ਹੈ। ਇਹ ਤਾਂ ਸੰਗੀਤ ਦੇ ਮਾਹਰ ਹੀ ਜਾਣਦੇ ਹੋਣਗੇ, ਪਰ ਇਹਦਾ ਸਿਰਨਾਵੇਂ ਦਾ ਮੁੱਖ ਰੂਪ ਵਿੱਚ ਇਹੀ ਮਤਲਬ ਬਣਦਾ ਹੈ ਕਿ ਇਹਨੂੰ ਜੋ ਸ਼ਬਦ ਯਾਨੜੀਏ ਮਾਨੜਾ ਕਾਏ ਕਰੇ, ਤਿਲੰਗ ਰਾਗ ਦਾ ਸ਼ਬਦ ਹੈ, ਉਸ ਘਰ ਦਾ ਇੱਥੇ ਇੰਡੀਕੇਸ਼ਨ ਹੈ ਯਾਨੜੀਏ ਕਹਿ ਕਰ ਗਾਵਣਾ। ਅੱਗੇ ਹੈ ਮੂਲ ਮੰਤਰ ਦਾ ਸੰਕਸ਼ਿਪਤ ਸਰੂਪ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਂਕਾਰ ਹੈ, ਅਵਿਥਿਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ। ਸਤਿਗੁਰ ਪ੍ਰਸਾਦ ਜਿਹਦੀ ਨਵਾਜ਼ਿਸ਼ ਬਖਸ਼ਿਸ਼ ਜਾਂ ਕਹਿ ਲਓ ਕਿ ਸਾਂਝ ਸਾਡੀ ਸੁਰਤ ਨਾਲ ਗੁਰੂ ਦੇ ਪ੍ਰਤਾਪ, ਗੁਰੂ ਦੇ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਨਾਲ ਹੋ ਸਕਦੀ ਹੈ। ਸੋ ਇਹ ਇਹਦਾ ਸਿਰਨਾਵਾਂ ਸੀਗਾ। ਜੋ ਬੀਤੇ ਕੱਲ੍ਹ ਅਸੀਂ ਸ਼ਬਦ ਵਿਚਾਰਿਆ, ਜਿਹਦਾ ਹਿੱਸਾ ਵਿਚਾਰਿਆ ਸ਼ਬਦ ਦਾ, ਰਹਾਉ ਦਾ ਬੰਦ ਸੀਗਾ ਮੁੱਖ ਸੁਨੇਹਾ। ਇੱਕ ਸਰਸਰੀ ਨਿਗਾਹ 'ਚ ਇਹਨਾਂ ਹੀ ਸਤਰਾਂ 'ਤੇ ਹੋਏਗੀ। ਉਪਰੰਤ ਅਸੀਂ 1 ਨੰਬਰ ਪਦੇ ਤੋਂ ਵਿਚਾਰ ਅੱਗੇ ਤੋਰਾਂਗੇ। ਗੁਰਦੇਵ ਕਹਿ ਰਹੇ ਸੀ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਬੜੀ ਡਿਟੇਲਡ ਗੱਲ ਹੋਈ ਕਿ ਮਨ ਦੇ ਵਿੱਚ ਕੁਝ ਡਰ ਵੀ ਨੇ, ਸਹਿਮ ਵੀ ਨੇ, ਕੁਝ ਭਰੋਸੇ ਦੀ ਬਾਤ ਵੀ ਹੈ। ਕਿਸੇ ਚੀਜ਼ 'ਤੇ ਭਰੋਸਾ ਹੁੰਦਾ, ਕਿਸੇ ਚੀਜ਼ ਦਾ ਡਾਊਟ ਹੁੰਦਾ ਹੈ, ਕਿਸੇ ਚੀਜ਼ ਬਾਰੇ ਸੰਸਾ ਹੁੰਦਾ ਹੈ, ਡਰ ਹੁੰਦਾ ਹੈ। ਸੋ ਡਰ ਮੋਸਟਲੀ ਓਵਰਲੈਪ ਕਰ ਜਾਂਦਾ ਸਾਡੇ ਭਰੋਸੇ ਨੂੰ। ਇਸੇ ਕਰਕੇ ਬੰਦਾ ਲੈਕ ਆਫ ਕੌਨਫੀਡੈਂਟ ਉਸ ਲੈਵਲ 'ਤੇ ਜ਼ਿਆਦਾਤਰ ਜੀਵਨ ਦਾ ਹਿੱਸਾ ਜੀਂਦਾ ਆ। ਬਾਬਾ ਜੀ ਨੇ ਬਿਆਨ ਕੀਤਾ ਜਿਹਨੇ ਸਭ ਕੁਛ ਨੂੰ ਸਾਜਿਆ, ਜਦੋਂ ਭਰੋਸਾ ਉਹਦੇ 'ਤੇ ਹੋ ਗਿਆ ਫਿਰ ਮਨ ਦੇ ਡੋਲਣ ਦੀ ਬਾਤ ਖਤਮ ਹੋ ਗਈ। ਸੋ ਵਚਨ ਇਹ ਹੈ, ਹੇ ਪਿਆਰੇ, ਹੇ ਪਰਿਪੂਰਨ, ਹੇ ਸਰਵਸਵ ਸਭ ਨੂੰ ਸਾਜਨ ਬਣਾਉਣ ਪਾਲਣ ਵਾਲੇ, ਮੁਝ ਅਦਨੇ ਮਨੁੱਖ ਨੂੰ ਤੇਰੀ ਟੇਕ ਇਸ ਮਨ ਵਿੱਚ ਆ ਗਈ ਹੈ। ਇਹ ਸਾਨੂੰ ਸਮਝਾਇਆ ਗਿਆ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਅਵਰ ਸਿਆਣਪਾਂ ਬਿਰਥੀਆਂ ਪਿਆਰੇ। ਸਿਆਣਪਾਂ ਮੋਸਟਲੀ ਕਲੈਵਰ ਮਾਈਂਡ ਜਿਹੜਾ ਸਾਡਾ ਉਹ ਸਕੀਮਾਂ ਬਣਾਉਂਦਾ, ਅਤੇ ਉਹ ਸਕੀਮਾਂ ਬਣਾ ਕੇ ਦੱਸਦਾ ਵੀ ਆਹ ਸਕੀਮ ਨਾ ਕਾਮਯਾਬ ਹੋਈ ਅਤੇ ਆਹ ਕਾਮਯਾਬ ਹੋ ਜਾਏਗੀ, ਆਹ ਨਾ ਹੋਈ ਅਤੇ ਆਹ ਕਾਮਯਾਬ ਹੋ ਜਾਏਗੀ। ਵਿਚ ਸਮ ਟਾਈਮ ਵੀ ਐਕਚੁਅਲੀ ਕਾਲ ਪਲਾਨ ਏ, ਪਲਾਨ ਬੀ, ਪਲਾਨ ਸੀ। ਇਸ ਕਿਸਮ ਦੇ ਨਾਲ ਇੱਕ ਕਲੈਵਰ ਮਾਈਂਡ ਦੀਆਂ ਕਹਾਣੀਆਂ ਹੁੰਦੀਆਂ ਨੇ। ਅਤੇ ਸੱਚ ਇਹ ਵੀ ਹੈ ਕਿ ਨਾ ਸਾਡਾ ਨਾ ਤਾਂ ਪਲਾਨ ਏ ਚੱਲਦਾ, ਨਾ ਬੀ ਚੱਲਦਾ, ਅਤੇ ਨਾ ਕੋਈ ਹੋਰ ਚੱਲਦਾ। ਜੋ ਚੱਲਦਾ ਮਦਰ ਨੇਚਰ ਦਾ ਲਾ ਚੱਲਦਾ, ਉਹਦਾ ਹੁਕਮ ਚੱਲਦਾ। ਅਕਸਰ ਇਹਦੇ ਬਾਬਤ ਦਾਨਸ਼ਮੰਦਾਂ ਨੇ ਗੱਲਾਂ ਕਹੀਆਂ। ਉਹ ਕਹਿੰਦੇ ਦੇਖ ਬੰਦੇ, ਜੋ ਤੇਰੀ ਮਰਜ਼ੀ ਹੈ, ਜੋ ਪਰਿਪੂਰਨ ਦੀ ਵੀ ਮਰਜ਼ੀ ਹੈ, ਅਤੇ ਕੋਇਨਸੀਡੈਂਟਲੀ ਇਹ ਕੰਮ ਹੁੰਦਾ ਤੈਨੂੰ ਚੰਗਾ ਵੀ ਲੱਗੇਗਾ ਅਤੇ ਤੈਨੂੰ ਖੁਸ਼ੀ ਵੀ ਹੋਏਗੀ, ਤੇਰੀ ਮਰਜ਼ੀ ਪੁੱਗ ਰਹੀ ਹੈ। ਜੋ ਤੇਰੀ ਮਰਜ਼ੀ ਨਹੀਂ ਅਤੇ ਪਰਿਪੂਰਨ ਦੀ ਮਰਜ਼ੀ ਨਹੀਂ, ਚੇਤੇ ਰੱਖੀ ਮਰਜ਼ੀ ਉਹਦੀ ਪੁੱਗਣੀ ਹੈ, ਤੇਰੀ ਮਰਜ਼ੀ ਪੁੱਗਣੀ ਨਹੀਂ। ਅਤੇ ਉੱਥੇ ਫਿਰ ਤੂੰ ਵੇਦਨ ਕਰੇ, ਪੀੜਾ ਕਰੇ, ਸ਼ਿਕਾਇਤ ਕਰੇ, ਇਹ ਸਭ ਦਾ ਕੋਈ ਪ੍ਰਭਾਵ ਨਹੀਂ ਰਹਿ ਜਾਣਾ। ਸੋ ਮੌਲਿਕ ਬਾਤ ਇਹ ਹੈ ਕਿ ਜਿੰਨੀਆਂ ਸਿਆਣਪਾਂ ਚਲਾਕੀਆਂ ਨੇ ਇਹ ਸਭ ਧਰੀਆਂ ਧਰਾਈਆਂ ਰਹਿ ਜਾਂਦੀਆਂ। ਜਦੋਂ ਕਰਤਾ ਕਰਨ 'ਤੇ ਆਵੇ ਅਤੇ ਉਹ ਮੂਰਖ ਤੋਂ ਮੂਰਖ ਨੂੰ ਵੀ, ਜਿਹਨੂੰ ਸਾਹਿਬ ਨੇ ਕਿਹਾ ਕਿ ਜੋ ਨਵਾਜੇ ਅਤੇ ਨੀਚ ਕੀਟ 'ਤੇ ਕਰੇ ਰਾਜੰਗਾ, ਨਿੱਕੇ ਜਿਹੇ ਕੀੜੇ ਨੂੰ ਵੀ ਕੀੜਾ ਥਾਪ ਦੇ ਪਾਤਸ਼ਾਹੀ, ਉੱਥੋਂ ਤੱਕ ਵੀ ਲੈ ਜਾਂਦਾ। ਅਤੇ ਜੇ ਉਹ ਕਰਨ 'ਤੇ ਆਵੇ ਅਤੇ ਲਸ਼ਕਰ ਕਰੇ ਸੁਆਹ, ਵੱਡੇ ਵੱਡੇ ਲਸ਼ਕਰਾਂ ਦੇ ਮਾਲਕ ਵੀ ਜਿਹੜੇ ਨੇ ਉਹ ਮਿੱਟੀ ਦਾ ਰੂਪ ਹੋ ਜਾਂਦੇ। ਸੋ ਇਹ ਹੈ ਕਿ ਉਸ ਤਰੀਕੇ ਦੇ ਨਾਲ ਬੰਦੇ ਸੋਚ। ਬਾਕੀ ਹਾਂ, ਜੇ ਤੈਨੂੰ ਕੋਈ ਸਮਝ ਆ, ਜੇ ਤੇਰੇ ਅੰਦਰ ਕੋਈ ਬਹੁਤ ਇੰਟਲੈਕਚੁਅਲ ਐਬਿਲਿਟੀ ਹੈ, ਅਤੇ ਗੁਰਬਾਣੀ ਬੜੀ ਕਲੀਅਰ ਹੈ। ਗੁਰਬਾਣੀ ਕਹਿੰਦੀ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ।
ਚਲਾਕ ਬੰਦਾ, ਸਿਆਣਾ ਬੰਦਾ, ਬਹੁਤ ਬੌਧਿਕ ਬੰਦਾ ਉਹ ਨਹੀਂ ਹੁੰਦਾ ਜਿਹੜਾ ਇਸ ਕਿਸਮ ਦੀ ਕੈਲਕੂਲੇਸ਼ਨ ਕਰੇ ਆਪਣੇ ਮਨ ਵਿੱਚ ਜਾਂ ਓਪਨਲੀ ਵੀ ਕਿਸੇ ਨੂੰ ਛੋਟਾ ਤੇ ਕਿਸੇ ਨੂੰ ਵੱਡਾ। ਨਾ, ਮੈਂ ਕੌਣ ਹੁੰਨਾ ਵਾ? ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਆਪ ਨੂੰ ਦੇਖ ਕਿੱਥੇ ਖੜਾ ਆ, ਕਿੱਥੇ ਸਟੈਂਡ ਕਰਦਾ। ਆਖਰਕਾਰ ਤੇਰੀ ਆਪਣੀ ਪਾਇਆ, ਤੇਰੀ ਆਪਣੀ ਹੋਂਦ ਕੀ ਹੈ, ਉਹਦੇ ਉੱਤੇ ਧਿਆਨ ਦੇ। ਸੋ ਉਸ ਰੂਪ ਵਿੱਚ ਬਾਤ ਕੀਤੀ ਗਈ ਕਿ ਅਵਰ ਸਿਆਣਪ ਬਿਰਥੀਆਂ, ਸਿਆਣਪਾਂ ਬਿਰਥੀਆਂ ਪਿਆਰੇ, ਰਾਖਣ ਕੋ ਤੁਮ ਏਕ। ਤੇ ਫਿਰ ਅਰਦਾਸ ਵੀ ਹੈ, ਮਾਲਕ ਰੱਖਣ ਹਾਰਾ ਤੂੰ ਆਪ ਇੱਕ ਹੀ ਹੈ। ਰਹਾਉ ਦਾ ਬੰਦ ਹੈ। ਅਗਲੇਰਾ ਪਦਾ ਜੋ 1 ਨੰਬਰ ਹੈ, ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ। ਸਤਿਗੁਰ ਪੂਰਾ ਜੇ ਮਿਲੈ ਪਿਆਰੇ। ਸਤਿਗੁਰੂ ਆਪਣੇ ਆਪ ਦੇ ਵਿੱਚ ਹੀ ਬੜਾ ਭਾਵਪੂਰਤ ਲਫ਼ਜ਼ ਆ। ਮੈਂ ਲੈਂਗੁਇਸਟਿਕ ਦਾ ਵਿਦਿਆਰਥੀ ਰਿਹਾ ਕੁਝ ਸਮਾਂ ਯੂਨੀਵਰਸਿਟੀ ਦੇ ਵਿੱਚ। ਭਾਸ਼ਾਈ ਪੱਖ ਤੋਂ ਸਾਨੂੰ ਚੀਜ਼ਾਂ ਨੂੰ ਬੜੇ ਮਤਲਬ ਡਿਟੇਲਡ ਵੇ ਦੇ ਨਾਲ ਕਈ ਵਾਰੀ ਸਮਝਾਇਆ ਅਤੇ ਪੜ੍ਹਾਇਆ ਜਾਂਦਾ। ਜਿਵੇਂ ਸਪੋਜ਼ ਅਸੀਂ ਕਹਿੰਦੇ ਹਾਂ, ਆਪਨੇ ਕਦੀ ਕੋਈ ਇਸ਼ਤਿਹਾਰ ਪੜ੍ਹਿਆ ਹੋਏ, ਜਿਵੇਂ ਕਿਹਾ ਜਾਂਦਾ ਹੈ ਅਲਾਹੀ ਕੀਰਤਨ ਦਰਬਾਰ। ਉਹਦੇ 'ਚ ਭਾਸ਼ਾਈ ਪੱਖ ਦੇ ਲੋਕ ਇਹ ਕਹਿੰਦੇ, ਜਦੋਂ ਲਫ਼ਜ਼ ਕੀਰਤਨ ਆ ਗਿਆ ਉਹਨੂੰ ਕੋਈ ਹੋਰ ਐਡਜੈਕਟਿਵ ਡਿਸਕ੍ਰਾਈਬ ਹੀ ਨਹੀਂ ਕਰ ਸਕਦਾ। ਅਲਾਹੀ ਦਾ ਕੋਈ ਮਾਇਨਾ ਨਹੀਂ ਰਹਿ ਗਿਆ ਉੱਥੇ। ਮਤਲਬ ਕੀਰਤਨ ਹੀ ਆਪਣੇ ਆਪ ਦੇ ਵਿੱਚ, ਕੀਰਤਨ ਹੁੰਦਾ ਹੀ ਅਲਾਹੀ ਹੈ। ਲਿਖਿਆ ਗਿਆ ਅਗੰਮੀ ਕੀਰਤਨ ਦਰਬਾਰ। ਉਹ ਕਹਿੰਦੇ ਹੱਦ ਹੋ ਗਈ, ਕੀਰਤਨ ਹੈ ਹੀ ਅਗੰਮੀ। ਇਹ ਬੰਦੇ ਤੈਨੂੰ ਅਹਿਸਾਸ ਹੋਣਾ ਚਾਹੀਦਾ ਇਸ ਗੱਲ ਦਾ। ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਭਾਸ਼ਾਈ ਪੱਖ ਤੋਂ, ਮਤਲਬ ਇਹ ਕਿ ਜਦੋਂ ਚੀਜ਼ਾਂ ਦੀ ਇੰਪੋਰਟੈਂਸ ਉਹਨਾਂ ਦੇ ਹੋਣ ਕਰਕੇ ਨਹੀਂ, ਉਹਨਾਂ ਦੇ ਵਿਖਾਵੇ ਕਰਕੇ ਹੋ ਜਾਏ, ਉੱਥੇ ਫਿਰ ਮੀਨਿੰਗ ਜਿਹੜੇ ਨੇ ਉਹ ਬਦਲ ਜਾਂਦੇ ਨੇ। ਕੀਰਤਨ ਇਟ ਸੈਲਫ ਸਪੀਕਸ, ਕੀਰਤਨ ਆਪਣੇ ਆਪ ਵਿੱਚ ਹੀ ਪੂਰਾ ਆ। ਸੋ ਇਹ ਚੀਜ਼ਾਂ ਹੁੰਦੀਆਂ, ਪਰ ਇਹ ਵੀ ਨਾਲ ਦੀ ਨਾਲ ਸਮਝਾਉਂਦੇ ਵੀ ਕਈ ਵਾਰ ਕੁਝ ਨਰੇਟਿਵਸ ਇਹੋ ਜਿਹੇ ਲਿਖੇ ਜਾਂਦੇ ਸਮਾਜ ਵਿੱਚ, ਕੁਝ ਇਹੋ ਜਿਹੇ ਬ੍ਰਿਤਾਂਤ ਸਿਰਜੇ ਜਾਂਦੇ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਕਿ ਜਿਨ੍ਹਾਂ ਦੇ ਅੰਦਰ ਕੁਝ ਲਫ਼ਜ਼ਾਂ ਹਰਫਾਂ ਦੇ ਮੀਨਿੰਗ ਉਹ ਲੁਕਾਈ ਵਾਸਤੇ ਬਦਲ ਜਾਂਦੇ, ਜਾਂ ਉਹਨਾਂ ਨੂੰ ਸਪੈਸੀਫਿਕਲੀ ਐਕਸਟਰਾ ਕੁਝ ਨਾਲ ਲਗਾ ਕੇ ਸਮਝਾਉਣੇ ਪੈਂਦੇ, ਨਹੀਂ ਤਾਂ ਉਹਨਾਂ ਨੂੰ ਪਤਾ ਨਾ ਲੱਗਦਾ ਵੀ ਗੱਲ ਕੀ ਹੋ ਰਹੀ ਹੈ। ਜਿਵੇਂ ਸਪੋਜ਼ ਆਪਾਂ ਆਪਣੇ ਇਤਿਹਾਸ ਵਿੱਚ ਦੇਖਦੇ ਹੈਗੇ ਹਾਂ, ਤੇ ਵਰਡ ਆਇਆ ਮਸੰਦ। ਗੁਰੂ ਰਾਮਦਾਸ ਸਾਹਿਬ ਨੇ ਇਹਦੀ ਸਿਰਜਣਾ ਕੀਤੀ। ਮਤਲਬ ਪਹਿਲਾਂ ਮੰਜੀਦਾਰ ਤੇ ਪੀੜੇਦਾਰ ਸੀਗੇ। ਗੁਰੂ ਅਮਰਦਾਸ ਸਾਹਿਬ ਨੇ ਮੰਜੀਦਾਰ ਤੇ ਪੀੜੇਦਾਰ ਥਾਪੇ। ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਨੇ ਮਸੰਦ ਸਿਸਟਮ ਜਿਹੜਾ ਹੈਗਾ ਉਹਨਾਂ ਨੂੰ ਪੈਰਾਂ ਸਿਰ ਕੀਤਾ। ਸਟੇਟ ਵਿਦ ਇਨ ਸਟੇਟ ਬਿਲਡ ਕੀਤੀ, ਇੱਕ ਨਵਾਂ ਗਵਰਨਿੰਗ ਨਿਜ਼ਾਮਤ ਸਥਾਪਿਤ ਕੀਤੀ, ਮਾਨਵ ਪੱਖੀ, ਲੋਕ ਪੱਖੀ। ਉਸਨੇ ਲੋਕ ਮੁਹਾਜ 'ਚ ਲੋਕ ਭਲਾਈ ਦੇ ਕਾਰਜ ਕੀਤੇ। ਕਾਲ ਪੈ ਗਿਆ ਚਾਰ ਚੁਫੇਰੇ, ਲੋਕੀ ਸਰਕਾਰਾਂ ਵੱਲ ਭੱਜਦੇ ਸੀ ਕਿ ਭਾਈ ਅਕਾਲ ਪੈ ਗਿਆ, ਸਾਡੀ ਮਦਦ ਕਰੋ, ਤੂੰ ਜਾ ਤੇ ਜਾ। ਗੁਰੂ ਅਰਜਨ ਸਾਹਿਬ ਗੱਦੀ 'ਤੇ ਨੇ, ਪੰਜਾਬ ਦੇ ਵੱਡੇ ਹਿੱਸੇ 'ਚ ਕਾਲ ਪਿਆ, ਕਿਸੇ ਨੂੰ ਪਤਾ ਵੀ ਨਹੀਂ ਲੱਗਾ ਕਾਲ ਪਿਆ ਕਿ ਨਹੀਂ ਪਿਆ। ਗੁਰੂ ਅਰਜਨ ਸਾਹਿਬ ਨੇ ਏਡਾ ਵੱਡਾ ਨਿਜ਼ਾਮ ਚਲਾਇਆ, ਪਲੇਗ ਫੈਲ ਗਈ ਲਾਹੌਰ ਸ਼ਹਿਰ ਦੇ ਵਿੱਚ। ਗਵਰਨਿੰਗ ਸਿਸਟਮ ਪੂਰੀ ਤਰ੍ਹਾਂ ਉੱਥੇ ਜਿਹੜਾ ਹੈਗਾ ਉਹ ਸ਼ਟ ਡਾਊਨ ਹੋ ਗਿਆ, ਉਹਨੂੰ ਪਤਾ ਹੀ ਨਹੀਂ ਲੱਗਾ ਕਰਨਾ ਕੀ ਹੈ। ਗੁਰੂ ਅਰਜਨ ਸਾਹਿਬ ਆਪ ਇਸੇ ਕਰਕੇ ਲਾਹੌਰ ਦੀਆਂ ਮਤਲਬ ਉੱਥੋਂ ਦੇ ਹਰ ਆਮੋ ਖਾਸ ਗੁਰੂ ਅਰਜਨ ਸਾਹਿਬ ਨਾਲ ਇੰਨਾ ਸਨੇਹ ਕਰਦਾ, ਇੰਨਾ ਪਿਆਰ ਕਰਦਾ। ਜੇ ਆਪਾਂ ਹਿਸਟੋਰੀਕਲੀ ਦੇਖਦੇ ਹਾਂ ਤੇ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਬਕਾਇਦਾ ਤੌਰ 'ਤੇ ਆਪਣੀ ਜਿਹੜੀ ਉਹਦੀ ਵਿਸ਼ ਸੀਗੀ ਉਸ ਨੂੰ ਕਨਵੇ ਕੀਤੀ ਕਿ ਮੈਂ ਗੁਰੂ ਅਰਜਨ ਸਾਹਿਬ ਨੂੰ ਇਕੱਲਾ ਫਿਜ਼ੀਕਲ ਅਸੈਸੀਨੇਸ਼ਨ ਨਹੀਂ ਚਾਹੁੰਦਾ, ਮੈਂ ਗੁਰੂ ਅਰਜਨ ਸਾਹਿਬ ਦਾ ਕੰਪਲੀਟ ਅਸੈਸੀਨੇਸ਼ਨ ਚਾਹੁੰਦਾ। ਇਹਦਾ ਕਰੈਕਟਰ ਅਸੈਸੀਨੇਸ਼ਨ ਵੀ ਹੋਏ, ਇਹਨਾਂ ਦਾ ਫਿਜ਼ੀਕਲ ਅਸੈਸੀਨੇਸ਼ਨ ਤੇ ਹੋਣਾ ਹੀ ਹੋਣਾ ਹੈ। ਬਾਕੀ ਇਹਨਾਂ ਦੀ ਕੋਈ ਫਾਈਨੈਂਸ਼ੀਅਲ ਫੈਮਿਲੀ ਲਟਾਈ ਕੁਛ ਵੀ ਨਾ ਬਚੇ ਪਿੱਛੇ, ਕੰਪਲੀਟ ਐਲੀਮੀਨੇਸ਼ਨ ਚਾਹੁੰਦਾ ਮੈਂ ਇੱਥੋਂ।
ਉਹਦੇ ਲਈ ਫਿਰ ਫਤਵਾ ਲਗਵਾਇਆ ਗਿਆ ਬਕਾਇਦਾ ਤੌਰ 'ਤੇ ਕਾਜ਼ੀ ਨੇ ਸਰਕਾਰੀ ਜਿਹੜਾ ਮੁਨਸਿਫ ਸੀਗਾ ਉਹਦੇ ਨਾਲ ਰਲ ਕੇ ਉਹ ਫਤਵਾ ਬਣਾਇਆ। ਅਤੇ ਫਤਵਾ ਜਿਹੜਾ ਹੈਗਾ ਜਿਹੜਾ ਉਹ ਸਰਕਾਰੀ ਆਰਡਰ ਹੈ ਉਸ ਵਕਤ ਦਾ ਆਰਡੀਨੈਂਸ ਹੈ ਉਹੀ ਹੈਗਾ ਕਿ ਗੁਰੂ ਅਰਜਨ ਸਾਹਿਬ ਨੂੰ ਯਾਸਾ ਕਾਨੂੰਨ ਦੇ ਤਹਿਤ ਮਤਲਬ ਸਜ਼ਾਏ ਮੌਤ ਦਿੱਤੀ ਜਾਏ। ਇੱਕ ਲਾਈਨ ਹੋ ਗਈ। ਉਸ ਤੋਂ ਬਾਅਦ ਇਹਨਾਂ ਦਾ ਸਾਰਾ ਘਾਣ ਬੱਚਾ ਜਿਹੜਾ ਆ ਉਹ ਪੀੜ ਦਿੱਤਾ ਜਾਏ। ਜਿੰਨੀ ਚਲ ਅਚਲ ਸੰਪत्ति ਜਾਇਦਾਦ ਹੈ ਉਹ ਸਾਰੀ ਆਈਦਰ ਕੁਰਕ ਕਰ ਦਿੱਤੀ ਜਾਏ ਨਹੀਂ ਤੇ ਸਿੱਧੀ ਸਰਕਾਰੀ ਖਜ਼ਾਨੇ 'ਚ ਪਾ ਦਿੱਤੀ ਜਾਏ ਜੋ ਖਰੀਦਦਾਰ ਨਾ ਮਿਲੇ ਤੇ। ਅਸੀਂ ਇਤਿਹਾਸ ਇਹ ਪੜ੍ਹਦੇ ਹਾਂ ਇੱਕ ਸਿਰਫ ਮੱਧ ਉਸ ਫਤਵੇ ਦੀ ਇੰਪਲੀਮੈਂਟ ਹੁੰਦੀ ਹੈ, ਦੈਟਸ ਇਟ। ਉਸ ਤੋਂ ਬਾਅਦ ਕੋਈ ਅਗਲੀ ਮੱਧ ਇੰਪਲੀਮੈਂਟ ਨਹੀਂ ਹੋ ਪਾਈ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਗਾਵਤ ਵਰਗੇ ਹਾਲਾਤ ਬਣ ਗਏ ਨੇ। ਲਾਹੌਰ ਸ਼ਹਿਰ ਦੇ ਵਿੱਚ ਚਾਰ ਛਪੇਰੇ ਲੁਕਾਈ ਜਿਹੜੀ ਹੈ ਇੱਕਦਮ ਤਰਾ ਤਰਾ ਕਰ ਉੱਠੀ। ਆਹ ਕੀ ਕੀਤਾ? ਸਾਈਂ ਮੀਆਂ ਮੀਰ ਸਰੀਖੀਆਂ ਰੂਹਾਂ ਉਹਨਾਂ ਨੇ ਕਿਹਾ ਹੱਦ ਹੋ ਗਈ, ਇਹ ਸ਼ਹਿਜ਼ਾਦਾ ਇੰਨਾ ਮੂੰਹ ਜ਼ੋਰ ਹੋ ਗਿਆ, ਇਹਨੂੰ ਆਪਣਾ ਜਿਹੜਾ ਹੈਗਾ ਰਿਆਸਤੀ ਤੇ ਸਿਆਸੀ ਫਰਜ਼ ਹੀ ਭੁੱਲ ਗਿਆ। ਇਹ ਕੀ ਕਰਤਾ ਇਹਨੇ? ਜਹਾਂਗੀਰ ਨੂੰ ਬਕਾਇਦਾ ਲਾਹੌਰ ਤੋਂ ਮੂਵ ਕਰਕੇ ਕਸ਼ਮੀਰ ਥੋੜ੍ਹੇ ਦਿਨਾਂ 'ਚ ਜਾ ਕੇ ਠਹਿਰਾ ਕਰਨਾ ਪਿਆ। ਮੁਰਜ਼ਾ ਖਾਨ ਨੂੰ ਕਿਹਾ ਗਿਆ ਹੋਰ ਕੋਈ ਮੱਧ ਹੁਣ ਇੰਪਲੀਮੈਂਟ ਨਹੀਂ ਕਰਨੀ। ਇੰਪਲੀਮੈਂਟ ਤੇ ਕੀ ਹੋਣੀ ਸੀਗੀ? ਗੁਰੂ ਹਰਗੋਬਿੰਦ ਸਾਹਿਬ ਬਲਕਿ ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਉਹ ਮਤਲਬ ਤਲਵਾਰਾਂ ਦੋ ਪਾ ਲਈਆਂ ਤੇ ਪੂਰਾ ਤਖਤ ਸਜਾਉਣ ਵਾਲੇ ਪਾਸੇ ਉਹ ਸਭ ਚੀਜ਼ਾਂ ਉਸ ਲੈਵਲ ਤੇ ਆਉਣੀਆਂ ਸ਼ੁਰੂ ਹੋ ਗਈਆਂ। ਸੋ ਇੱਥੇ ਪਤਾ ਲੱਗਦਾ ਹੈ ਕਿ ਸਟੇਟ ਵਿਦ ਇਨ ਸਟੇਟ ਗੁਰੂ ਸਾਹਿਬ ਨਾਲ ਇਸ਼ਕ ਕਰਨ ਵਾਲੇ, ਪਿਆਰ ਕਰਨ ਵਾਲੇ ਲੋਕ ਕਿਸ ਲੈਵਲ ਤੇ ਹੋਣਗੇ। ਇਹਦਾ ਜ਼ਿਕਰ ਵਕਤ ਦਾ ਹਿਸਟੋਰੀਅਨ ਵੀ ਕਰਦਾ। ਉਹਦਾ ਨਾਂ ਹੈਗਾ ਮੋਹਸਨ ਫਾਨੀ। ਇਸਨੇ ਕਿਤਾਬ 'ਚ ਲਿਖਿਆ ਸੀਗਾ ਦਬਿਸਤਾਏ ਮਜ਼ਾਹਬ। ਇਹਦਾ ਬਾਅਦ ਦੇ ਵਿੱਚ ਬਹੁਤ ਸਾਰੇ ਹਿਸਟੋਰੀਅਨਸ ਨੇ ਜ਼ਿਕਰ ਕੀਤਾ, ਖਾਸ ਕਰਕੇ ਪ੍ਰਿੰਸੀਪਲ ਗੰਡਾ ਸਿੰਘ, ਕਿਉਂਕਿ ਉਹਨਾਂ ਨੇ ਬੜਾ ਕੰਮ ਕੀਤਾ ਇਹਦੇ ਉੱਤੇ ਹਿਸਟੋਰੀਅਨ, ਅਤੇ ਉਹਨਾਂ ਨੇ ਫਿਰ ਸਾਰੀ ਉਹਦੀ ਕਿਤਾਬ ਲਿਆਂਦੀ ਕੱਢ ਕੇ ਤੇ ਇੱਕ ਇੱਕ ਵੇਰਵਾ ਦਿੱਤਾ। ਇਹਦੇ ਅਕੋਰਡਿੰਗਲੀ ਇਹ ਬਾਤ ਬਣਦੀ ਹੈ ਕਿ ਟੋਟਲ ਭਾਰਤੀ ਖਿੱਤੇ ਦੀ ਪਾਪੂਲੇਸ਼ਨ ਉਸ ਵਕਤ ਸਾਊਥ ਏਸ਼ੀਅਨ ਸਾਰੇ ਖਿੱਤੇ ਦੀ ਕੋਈ 6 ਕਰੋੜ ਹੈ। 6 ਕਰੋੜ ਵਿੱਚੋਂ 2 ਕਰੋੜ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਗੁਰੂ ਨਾਨਕ ਦੀ ਪ੍ਰਸਤਗੀ ਨੂੰ ਮੰਨਦੇ ਨੇ। ਅਰਾਊਂਡ ਕਹਿ ਲਓ ਕਿ 35% ਦੇ ਜਿਹੜੇ ਪਾਪੂਲੇਸ਼ਨ ਐਸੀ ਬਣਦੀ ਹੈ। ਇਹਦਾ ਪ੍ਰਭਾਵ ਹੈ। ਹੁਣ ਇੰਨਾ ਵੱਡਾ ਪ੍ਰਭਾਵ ਤਾਂ ਡੈਫੀਨੇਟਲੀ ਜਹਾਂਗੀਰ ਤੇ ਡਰੇਗਾ, ਯਰਕੇਗਾ। ਉਸ ਲੈਵਲ ਦੀ ਸਾਰੀ ਬਾਤ ਪਤਾ ਲੱਗਦਾ ਸਾਨੂੰ। ਸੋ ਇਹ ਸਾਰਾ ਨਿਜ਼ਾਮਤ ਗੁਰੂ ਸਾਹਿਬ ਨੇ ਇੱਕ ਪੂਰੇ ਦੇ ਪੂਰੇ ਸਿਸਟਮ ਨੂੰ ਅਡਾਪਟ ਕਰਕੇ ਫੈਲਾਇਆ। ਤੋ ਸਿਸਟਮ ਅਧਿਆਤਮੀ ਸੀਗਾ, ਇਨਸਾਨੀ ਕਦਰਾਂ ਕੀਮਤਾਂ ਨਾਲ ਪ੍ਰਣਾਇਆ ਸੀਗਾ, ਅਤੇ ਉਹਦੇ ਵਿੱਚ ਉਹਨਾਂ ਇਨਸਾਨੀ ਕਦਰਾਂ ਕੀਮਤਾਂ ਨੂੰ ਚਲਾਉਣ ਵਾਲੇ, ਉਹਦਾ ਰਿਪਰੈਜ਼ੈਂਟੇਸ਼ਨ ਦੇਣ ਵਾਲੇ ਲੋਕ ਜਿਹੜੇ ਸੀਗੇ ਮਸੰਦ ਸੀਗੇ। ਹੁਣ ਮਸੰਦ ਹੋਣ ਦਾ ਮਤਲਬ ਗੁਰੂ ਕਾ ਮੈਸੇਂਜਰ, ਗੁਰੂ ਕਾ ਸਨੇਹੇਦਾਰ, ਗੁਰੂ ਕਾ ਕਹਿ ਲਓ ਕਿ ਕਾਸਦ। ਇੱਕ ਤਰ੍ਹਾਂ ਦੇ ਨਾਲ ਹੋਇਆ ਕਿ ਉਹੀ ਮਸੰਦ ਮਤਲਬ ਚੌਥਾ ਜਾਮਾ ਆ। ਪੰਜਵੇਂ ਜਾਮੇ 'ਚ ਕੈਸਾ ਰੋਲ ਪਲੇ ਕਰ ਰਿਹਾ, 6ਵਾਂ 7ਵਾਂ 8ਵਾਂ 9ਵਾਂ 10ਵੇਂ ਤੱਕ ਬਿਲਕੁਲ ਆਪਣਾ ਰੂਪ ਹੀ ਗਵਾ ਗਿਆ। ਅੱਜ ਅਸੀਂ ਮਤਲਬ ਇਹ ਉੱਥੋਂ ਹੀ ਕਲਚਰਲ ਸਾਈਡ ਤੇ ਬਾਤ ਆਈ ਵੀ ਜਿਹੜਾ ਬੰਦਾ ਧਾਰਮਿਕ ਖਿੱਤੇ ਦੇ ਵਿੱਚ ਰਹਿ ਕੇ ਧਾਰਮਿਕ ਅਸੂਲਾਂ ਨੂੰ ਨਾ ਪਾਲ ਕੇ ਤੇ ਧਾਰਮਿਕ ਸੰਸਥਾ ਜਾਂ ਧਾਰਮਿਕ ਤਨਤਾਣ ਦਾ ਫਾਇਦਾ ਚੁੱਕਣਾ ਚਾਹੁੰਦਾ, ਅਸੀਂ ਉਹਦੇ ਵਾਸਤੇ ਕੀ ਕਹਿੰਦੇ ਆ? ਮਸੰਦ। ਸੋ ਮੀਨਿੰਗ ਉੱਥੋਂ ਲੋਅਰ ਲੈਵਲ ਤੇ ਆ ਗਏ। ਇਹ ਚੀਜ਼ਾਂ ਹੁੰਦੀਆਂ। ਹੁਣ ਆ ਜਾਈਏ ਆਪਾਂ ਜਿਸ ਸ਼ਬਦ ਤੇ ਹੁਣ ਆਏ ਸੀਗਾ ਆਪਾਂ ਇੱਥੇ, ਸਤਿਗੁਰ ਪੂਰਾ ਜੇ ਮਿਲਾ। ਸਤਿਗੁਰੂ ਇਟ ਸੈਲਫ ਸਪੀਕਸ। ਤੇ ਇਹ ਵਾਕਿਆ 'ਚ ਚੀਜ਼ਾਂ ਬੋਲਦੀਆਂ। ਜਿਵੇਂ ਅਸੀਂ ਇਤਿਹਾਸ ਵਿੱਚ ਫਿਰ ਥੋੜ੍ਹਾ ਝਾਤ ਮਾਰਦੇ ਹਾਂ, ਲਖਪਤ ਤੇ ਜਸਪਤ, ਇਹ ਦੋਨੋਂ ਬੜਾ ਜ਼ੁਲਮ ਕੀਤਾ ਇਹਨਾਂ ਨੇ ਵਕਤ ਦੇ ਤੌਰ 'ਤੇ ਸਿੱਖਾਂ, ਉਸ ਸਿੱਖ ਰਜ਼ੀਮ ਦੇ ਉੱਤੇ, ਸਿੱਖ ਕਮਿਊਨਿਟੀ ਦੇ ਉੱਤੇ। ਅਤੇ ਇਹਦੇ ਵਿੱਚ ਬਕਾਇਦਾ ਤੌਰ 'ਤੇ ਲਖਪਤ ਨੇ ਇਹ ਆਰਡੀਨੈਂਸ ਸਰਕਾਰੀ ਤੌਰ 'ਤੇ ਲਾਹੌਰ ਤੋਂ ਗਵਰਨਰ ਤੋਂ ਜਾਰੀ ਕਰਵਾਇਆ ਕਿ ਕੁਝ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਚੇਂਜਸ ਲਿਆਂਦੇ ਜਾਣ। ਚੇਂਜਸ ਕੀ ਹੈ ਕਿ ਮੰਡੀਆਂ ਦੇ ਵਿੱਚ ਈਵਨ ਜਦੋਂ ਤੁਸੀਂ ਲਫ਼ਜ਼ ਵੀ ਲਿਖ ਰਹੇ ਹੋ ਤੇ ਜਦੋਂ ਲਿਖਿਆ ਜਾਂਦਾ ਨਾ ਗੁੜ, ਉਹ ਕਹਿੰਦਾ ਕਈ ਵਾਰੀ ਜਿਵੇਂ ਕਿਸੇ ਨੇ ਕਹਿ ਤਾ ਗੁਰ,
ਸੋ ਗੁਰ ਕਹਿਣ ਨਾਲ ਹੀ ਸਿੱਖੀ ਫੈਲ ਜਾਂਦੀ ਹੈ। ਕਿਸੇ ਦਾ ਸਤਿਕਾਰ 'ਚ ਸਿਰ ਝੁਕ ਜਾਂਦਾ, ਗੁਰ ਕਹਿਤਾ ਹੈ। ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਇਹ ਲਫ਼ਜ਼ ਇੰਨਾ ਵੀ ਨਹੀਂ ਯੂਜ਼ ਕਰਨਾ। ਆਪਾਂ ਕੀ ਯੂਜ਼ ਕਰਿਆ ਕਰਨਾ, ਗੁੜ ਦੀ ਥਾਂ ਤੇ ਆਪਾਂ ਲਿਖਿਆ ਕਰਾਂਗੇ ਭੇਲੀ। ਭੇਲੀ ਦਾ ਕੀ ਰੇਟ ਹੈ, ਭੇਲੀ ਤੋਂ ਪਤਾ ਲੱਗ ਜਾ ਗੁੜ ਆ। ਮਤਲਬ ਇਸ ਕਿਸਮ ਦੇ ਨਾਲ ਗੱਲਾਂ ਹੋਈਆਂ। ਕਿਆ ਆਪਾਂ ਨੇ ਨਾ ਇਹ ਪੱਕਾ ਹੀ ਕਹਿ ਦਈਏ ਕਿ ਗ੍ਰੰਥ ਤੇ ਕਿਤੇ ਕਹਿਣਾ ਕੁਹਾਣਾ ਹੀ ਨਹੀਂ, ਨਾ ਬੋਲਣਾ ਨਾ ਲਿਖਣਾ ਹੈ। ਜੇ ਕਿਤੇ ਛਾਪਾ ਵੀ ਵੱਜਦਾ, ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੱਭ ਜਾਂਦਾ ਹੈ, ਉੱਥੇ ਵੀ ਇਸ ਵਰਡ ਯੂਜ਼ ਕੀਤਾ ਜਾਏ ਸਰਕਾਰੀ ਦਸਤਾਵੇਜ਼ ਦੇ ਵਿੱਚ, ਪੋਥੀ। ਕਿਉਂਕਿ ਜਦੋਂ ਅਸੀਂ ਗ੍ਰੰਥ ਕਹਿੰਦੇ ਆ ਉਦੋਂ ਸਿੱਧੇ ਤੌਰ ਤੇ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਚਲਾ ਜਾਂਦਾ ਹੈ। ਇਸ ਲੈਵਲ ਤੇ ਪਤਾ ਲੱਗਾ ਕਿ ਗ੍ਰੰਥ ਦਾ ਰੁਤਬਾ ਕੀ ਸੀਗਾ, ਗੁਰੂ ਦਾ ਰੁਤਬਾ ਕੀ ਸੀਗਾ, ਇਸਟੈਬਲਿਸ਼ ਕੀਤਾ ਗਿਆ। ਪਰ ਜਦੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਸਰੀਖੀਆਂ ਰੂਹਾਂ, ਜਾਂ ਗੁਰੂ ਸਾਹਿਬ ਖੁਦ ਇਸ ਸਮੇਂ 'ਚੋਂ ਲੰਘ ਰਹੇ ਨੇ, ਗੁਰੂ ਅਮਰਦਾਸ ਸਾਹਿਬ ਖਾਸ ਕਰਕੇ, ਉਹਦੇ 'ਚ ਸਿੱਧੇ ਤੌਰ ਤੇ ਪਤਾ ਲੱਗ ਰਿਹਾ ਕਿ ਗੁਰੂ ਸੰਸਥਾ ਨੂੰ, ਗੁਰੂ ਅਰਜਨ ਸਾਹਿਬ ਦੇ ਸਮੇਂ ਦੇ ਵਿੱਚ ਵੀ ਗੁਰੂ ਸੰਸਥਾ ਨੂੰ ਚੈਲੰਜ ਮਿਲ ਰਹੇ ਨੇ ਗੁਰੂ ਡੰਮ ਤੋਂ, ਜਿਹੜਾ ਮਤਲਬ ਭੇਖੀ ਰੂਪ ਦੇ ਵਿੱਚ ਵੀ ਗੁਰੂ ਦਾ ਨਾਂ ਲੈ ਕੇ, ਗੁਰੂ ਦਾ ਆਪਣੇ ਆਪ ਨੂੰ ਸੈਲਫ ਮੇਡ ਜੋ ਪ੍ਰੋਫਿਟ ਜਾਂ ਇਸ ਤਰੀਕੇ ਦੇ ਸਪਿਰਿਚੁਅਲ ਮਾਸਟਰਸ ਅਖਬਾਰੇ ਲੋਕ ਸੀਗੇ। ਇਸੇ ਲਈ ਭਗਤਾਂ ਨੇ ਵੀ ਬਾਰ-ਬਾਰ ਕਿਹਾ, ਜਿਵੇਂ ਬਾਬਾ ਕਬੀਰ ਜੀ ਦੇ ਬਚਨਾਂ 'ਚ ਪੜ੍ਹਦੇ ਹਾਂ, ਕਬੀਰ ਸਾਚਾ ਸਤਿਗੁਰ ਕਿਆ ਕਰੈ। ਮਤਲਬ ਪੋਸੀਬਿਲਿਟੀ ਹੈ ਝੂਠਾ ਵੀ ਹੋਏਗਾ, ਤਾਂ ਹੀ ਸੱਚਾ ਲਿਖਿਆ ਨਾ। ਜਿੱਥੇ ਹੈ ਹੀ ਨਹੀਂ ਉੱਥੇ ਲਿਖਣ ਦੀ ਲੋੜ ਹੀ ਨਹੀਂ। ਜਾਂ ਅਸੀਂ ਇਸ ਤਰੀਕੇ ਦੇ ਸ਼ਬਦ ਪੜ੍ਹਦੇ ਹੈਗੇ ਆ ਕਿ ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਮਹਾਰਾਜ ਬਾਣੀ ਤੇ ਬਾਣੀ ਹੈ ਨਾ, ਇਹ ਪੋਸੀਬਿਲਿਟੀ ਹੈ। ਇਹੋ ਜਿਹੇ ਲੋਕ ਵਕਤੀ ਤੌਰ ਤੇ ਮਿਲੇ, ਮਿਹਰਬਾਨ ਵਰਗੇ ਹੋਰ, ਜਿਨ੍ਹਾਂ ਨੇ ਗੁਰਬਾਣੀ ਦੇ ਡਿਟੋ ਉਸ ਤਰੀਕੇ ਦੀ ਕਾਪੀ ਕਰਕੇ ਆਪਣਾ ਕੁਝ ਜਿਹੜਾ ਹੈਗਾ ਸੰਪਰਦਾਇ, ਆਪਣੀ ਕੋਈ ਚੀਜ਼ ਚਲਾਉਣ ਦੀ ਕੋਸ਼ਿਸ਼ ਕੀਤੀ। ਇਨ ਬਿਨ ਇੱਥੇ ਬਚਨ ਆ ਰਿਹਾ ਹੈ, ਸਤਿਗੁਰ ਪੂਰਾ ਜੇ ਮਿਲਾ ਹੈ। ਪੋਸੀਬਿਲਿਟੀ ਹੈ ਬੰਦਾ ਸੱਚ ਦੇ ਭੁਲੇਖੇ 'ਚ ਝੂਠ ਵਾਲੇ ਪਾਸੇ ਚਲਾ ਜਾਏ। ਅਸੀਂ ਕਿੰਨੀ ਵਾਰੀ ਇਹੋ ਜਿਹੇ ਬਚਨ ਵਿਚਾਰਦੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੇ ਵਿੱਚੋਂ, ਜਿੱਥੇ ਉਹ ਫਿਲਾਸਫੀਕਲ ਸਾਈਡ ਤੋਂ ਕਮਾਲ ਕਰ ਦਿੰਦੇ। ਜਿਵੇਂ ਪੰਜਾਬ ਦੀ ਨੇਟਿਵ এনवायरमेंट ਨੂੰ ਜਿਹੜੇ ਲੋਕ ਸਮਝਦੇ ਨੇ, ਉਹਨਾਂ ਨੂੰ ਤੇ ਚੀਜ਼ ਬਹੁਤ ਅਪੀਲ ਕਰਦੀ ਹੈ। ਜਿਵੇਂ ਉਹ ਸ਼ਬਦ ਅਸੀਂ ਪੜ੍ਹਦੇ ਹਾਂ, ਗੁੱਛਾ ਹੋਏ ਤਰਕੋਨਿਆ ਨਹੀਂ ਬੁੜੀਆ ਦਾਖ ਹੈ, ਅੱਕੈ ਕੇਰੀ ਖਖੜੀ ਕੋਈ ਅੰਬ ਨਾ ਆਖੈ। ਹੁਣ ਤਰਕੋਨੇ ਤੇ ਅੰਗੂਰ ਮਤਲਬ ਕੋਈ 2 ਮੀਟਰ ਦੂਰ ਕਿਸੇ ਦੀ ਅੱਖਾਂ ਦੇ ਸਾਹਮਣੇ ਐਵੇਂ ਰੱਖ ਦਿਓ, ਭਾਵੇਂ ਉਹਦਾ ਜਿਹੜਾ ਨਜ਼ਰ ਦਾ ਵਿਜ਼ਨ 20/20 ਕਿਉਂ ਨਾ ਹੋਏ, ਤੇ ਸੱਚਾਈ ਇਹ ਹੈ, ਭੁਲੇਖਾ ਪੈ ਸਕਦਾ ਵੀ ਅੰਗੂਰ ਕਿਹੜੇ ਨੇ ਤੇ ਤਰਕੋਨੇ ਕਿਹੜੇ ਨੇ। ਹਾਂ, ਉਹਨਾਂ ਨੂੰ ਤੋੜਿਆ ਜਾਏ, ਹੱਥ 'ਚ ਪਕੜ ਕੇ ਦੇਖਿਆ ਜਾਏ ਜਾਂ ਮੂੰਹ 'ਚ ਪਾ ਕੇ ਦੇਖਿਆ, ਫਿਰ ਪਤਾ ਲੱਗ ਜਾਏਗਾ ਵੀ ਨਹੀਂ ਭਾਈ ਨਹੀਂ, ਆਹ ਤਰਕੋਨੇ ਨੇ, ਇਹ ਕੌੜੇ ਨੇ, ਕੁੜੱਤਣ ਨਾਲ ਭਰੇ ਹੋਏ ਨੇ, ਆਹੀ ਅੰਗੂਰ ਨੇ, ਆਹੀ ਦਾਖਾਂ ਨੇ। ਗੁੱਛਾ ਜਿਉਂ ਤਰਕੋਨਿਆ ਨਹੀਂ ਬੁੜੀਆ ਦਾਖ ਹੈ, ਅੱਕੈ ਕੇਰੀ ਖਖੜੀ ਕੋਈ ਅੰਬ ਨਾ ਆਖੈ। ਅੱਕ ਦੀ ਖਖੜੀ ਤੇ ਅੰਬ ਦਾ ਫਲ ਬਿਲਕੁਲ ਇੱਕੋ ਜਿਹਾ ਲੱਗਦਾ ਹੈ। ਲੱਗਦਾ ਐਵੇਂ ਜਿਵੇਂ ਨਾ ਅੱਕ ਦਾ ਫਲ ਜਿਹੜਾ ਅੰਬ ਵਰਗਾ ਹੀ ਹੈ। ਇਸੇ ਤਰੀਕੇ ਦਾ ਭੁਲੇਖਾ ਆ ਸਤਿਗੁਰੂ। ਤੇ ਕਈ ਵਾਰੀ ਲੋਕੀ ਬੜੀ ਬਹਿਸ ਵੀ ਕਰਦੇ ਨੇ, ਅੱਛਾ ਤੁਸੀਂ ਆਪਣੇ ਗੁਰੂ ਨੂੰ ਮੰਨਦੇ ਹੋ, ਅਸੀਂ ਆਪਣੇ ਗੁਰੂ ਨੂੰ ਮੰਨਦੇ ਹਾਂ। ਉਹ ਭਲਿਓ, ਅਸੀਂ ਆਪਣੇ ਗੁਰੂ ਨੂੰ ਨਹੀਂ ਮੰਨਦੇ, ਅਸੀਂ ਜਗਤ ਗੁਰੂ ਨੂੰ ਮੰਨਦੇ ਹਾਂ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਸੀ, ਜਾਹਰ ਪੀਰ ਜਗਤ ਗੁਰ ਬਾਬਾ। ਉਹਦੀ ਪਹਿਚਾਨ ਵੀ ਹੈ, ਬੜੀ ਕਲੀਅਰ ਹੈ ਪਹਿਚਾਨ ਉਹਦੀ। ਉਹ ਗੁਰੂ ਹੈ ਜਿਸ ਨੂੰ ਕਿਹਾ ਗਿਆ ਸੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀਐ। ਗੁਰੂ ਉਹ ਹੈ ਜਿਹਦੇ ਨਾਲ ਸਾਂਝ ਪਾਉਣ ਦੇ ਨਾਲ ਬੰਦੇ ਤੈਨੂੰ ਦੀਨ ਦੁਨੀ ਦਾ ਸੋਝੀ ਆਵੇ, ਗਿਆਨ ਆਵੇ, ਕਿਸੇ ਲੈਵਲ ਤੇ ਪਹੁੰਚ ਜਾਏ। ਤੇ ਗੁਰੂ ਉਹ ਹੈ ਜੋ ਮਾਨਵ ਪੱਖੀ ਹੈ, ਜੋ ਆਪਣੀ ਪੂਜਾ ਅਰਚਨਾ ਆਸਥਾ ਵਾਸਤੇ ਧਰਤੀ ਦੇ ਉੱਤੇ ਗੁਰੂ ਬਣ ਕੇ ਨਹੀਂ ਬੈਠਾ, ਬਲਕਿ ਉਹ ਅਕਾਲ ਪ੍ਰਸਤ ਬਣਿਆ ਤੇ ਤਾ ਉਮਰ ਸਭ ਕੁਝ ਆਪਣਾ ਜਿਹੜਾ ਹੈਗਾ ਸੱਚ ਦੇ ਰਾਹ ਦੇ ਉੱਤੇ ਲਗਾ ਕੇ, ਤੇ ਅਖੀਰ ਜਦੋਂ ਮਾਨਵਤਾ ਨੂੰ ਕੁਝ ਦਿੱਤਾ ਤੇ ਕੀ ਦਿੱਤਾ? ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਐਵਰੀਥਿੰਗ ਬਿਲੋਂਗਸ ਫਰੋਮ ਵਾਹਿਗੁਰੂ ਜੀ। ਉਹ ਭਾਵੇਂ ਵਿਕਟਰੀ ਹੈ ਤੇ ਭਾਵੇਂ ਕੋਈ ਮਾਨਵ ਪੱਖੀ ਇੱਕ ਵੱਡਾ ਸਮਾਜ ਦਾ ਹਿੱਸਾ ਜਿਹੜਾ ਸੁਰਜੀਤ ਕਰਕੇ ਖਾਲਿਸ ਰੂਪ ਵਿੱਚ ਦਿੱਤਾ। ਸੋ ਇਹ ਹੈ ਸਤਿਗੁਰੂ।
ਇਹੋ ਜਿਹੇ ਪੂਰੇ ਸਤਿਗੁਰੂ ਦੇ ਨਾਲ ਇਹੋ ਜਿਹੇ, ਤੇ ਫਿਰ ਇੱਥੇ ਸਤਿਗੁਰੂ ਸਿਰਫ ਇੱਕ ਵਿਅਕਤੀ ਨਹੀਂ ਰਹਿ ਜਾਂਦਾ, ਇੱਕ ਪੂਰਾ ਇੰਸਟੀਟਿਊਸ਼ਨ ਬਿਲਟ ਹੁੰਦਾ ਆ। ਉਸ ਇੰਸਟੀਟਿਊਸ਼ਨ ਦੇ ਵਿੱਚ ਸ਼ਬਦ ਮਰਕਜ਼ੀ ਸਥਾਨ ਰੱਖਦਾ, ਸੈਂਟਰਲ ਪਲੇਸ, ਐਂਡ ਦੈਨ ਉਸ ਇੰਸਟੀਟਿਊਸ਼ਨ ਦੀਆਂ ਡਿਫਰੈਂਟ ਲੇਅਰਸ ਨੇ, ਬ੍ਰਾਂਚਸ ਨੇ, ਜਿਨ੍ਹਾਂ ਦੀ ਐਸੋਸੀਏਸ਼ਨ ਦੇ ਨਾਲ ਅਸੀਂ ਗੁਰੂ ਰੂਪ ਨੂੰ ਸਮਝਦੇ ਤੇ ਜੀਵਨ 'ਚ ਅਪਣਾਉਂਦੇ ਹੈਗੇ। ਇੱਥੇ ਗੁਰੂ ਅਰਜਨ ਸਾਹਿਬ ਬਿਆਨ ਕਰਦੇ, ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋਜਨ ਹੋਤ ਨਿਹਾਲਾ। ਜਿਹਨੂੰ ਇਹੋ ਜਿਹੇ ਪੂਰੇ ਸਤਿਗੁਰੂ ਨਾਲ ਆਪਣੇ ਆਪ ਨੂੰ ਜੋੜਨਾ ਮਿਲ ਜਾਏ, ਉਹ ਨਿਹਾਲ ਹੋ ਗਿਆ। ਉਸ ਨੂੰ ਪਤਾ ਲੱਗਿਆ ਕਿਤੇ ਹੋਰ ਭਟਕਣ ਦੀ ਲੋੜ ਨਹੀਂ ਗਈ, ਮੈਨੂੰ ਸਹੀ ਰੂਪ ਵਿੱਚ ਜੀਵਨ ਦੀ ਸੇਧ ਸਿੱਖਿਆ, ਉਹ ਸਭ ਚੀਜ਼ ਪ੍ਰਾਪਤ ਹੋ ਗਈ। ਅਗਲਾ ਬਚਨ ਹੈ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸ ਨੂੰ ਹੋਏ ਦਿਆਲਾ। ਬਾਕੀ ਗੁਰੂ ਦੀ ਸੇਵਾ ਫਿਰ ਇਹ ਵੀ ਹੈ, ਗੁਰੂ ਦੀ ਸੇਵਾ ਮਾਨਵਤਾ ਦੀ ਸੇਵਾ ਹੈ। ਆਪਾਂ ਗੁਰਦੁਆਰਾ ਸੰਸਥਾ ਨੂੰ ਆਪਣੇ ਆਪ ਵਿੱਚ ਦੇਖਦੇ ਹਾਂ, ਇੱਥੇ ਲੰਗਰਾਂ ਦੀ ਸੇਵਾ ਆ, ਇੱਥੇ ਵਲੰਟੀਅਰ ਵਰਕ ਆ, ਮਤਲਬ ਹਰ ਲੈਵਲ 'ਤੇ ਤੁਸੀਂ ਦੇਖੋਗੇ ਇਹ ਮਾਨਵ ਪੱਖੀ ਹੈ ਸਾਰਾ। ਹਾਂ, ਸਾਡੀਆਂ ਐਕਸਪੈਕਟੇਸ਼ਨਸ ਬੜੀਆਂ ਹਾਈ ਹੋ ਜਾਂਦੀਆਂ ਨੇ, ਤੇ ਮਾਫੀ ਮੰਗਾਂਗਾ, ਐਕਸਪੈਕਟੇਸ਼ਨਸ ਹਾਈ ਤਾਂ ਅਸੀਂ ਬਹੁਤ ਕਰਦੇ ਹਾਂ, ਪਰ ਕਈ ਵਾਰੀ ਆਪਣੇ ਵੱਲੋਂ ਬਣਦਾ ਕੰਟਰੀਬਿਊਸ਼ਨ ਨਹੀਂ ਕਰਦੇ। ਇਹ ਵੱਡੀ ਸਮੱਸਿਆ ਆ। ਕੋਈ ਵੀ ਸੰਸਥਾ ਦੋ ਜਿਹੜੇ ਉਹਦੇ ਮੇਨ ਖਾਸ ਕਰਕੇ ਉਹਦੀਆਂ ਨੀਡਸ ਨੇ, ਉਹਨਾਂ ਦੀਆਂ ਲੋੜਾਂ ਨੇ, ਉਹਦੇ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। ਨੰਬਰ 1 ਟਰਾਂਸਪੇਰੈਂਸੀ, ਤੇ ਨੰਬਰ 2 ਅਕਾਊਂਟੇਬਿਲਿਟੀ। ਤੇ ਇਹ ਦੋਨੋਂ ਚੀਜ਼ਾਂ ਅਸੀਂ ਵਿੱਚ ਆਪਣੇ ਆਪ ਨੂੰ ਇਨਵੋਲਵ ਕਰਕੇ ਹੀ ਲਿਆ ਸਕਦੇ ਹਾਂ। ਜੇ ਸਾਨੂੰ ਲੱਗਦਾ ਕਿ ਸਮਥਿੰਗ ਇਜ਼ ਹਿਡਨ ਦੇਅਰ, ਦੈਨ ਗੈਟ ਇਨਵੋਲਵਡ, ਤਾਂ ਹੀ ਪਤਾ ਲੱਗੇਗਾ, ਬਾਹਰੋਂ ਤੇ ਨਹੀਂ ਪਤਾ ਲੱਗੇਗਾ। ਸੋ ਇਸ ਕਰਕੇ ਟਰਾਂਸਪੇਰੈਂਸੀ ਤਾਂ ਆਏਗੀ। ਦੂਸਰਾ ਅਕਾਊਂਟੇਬਿਲਿਟੀ। ਭਾਈ ਅਕਾਊਂਟੇਬਿਲਿਟੀ ਤੇ ਇਹ ਹੈ, ਜ਼ਿੰਮੇਵਾਰੀ ਤੇ ਆਪ ਲਓਗੇ ਤੇ ਤਾਂ ਹੀ ਜ਼ਿੰਮੇਵਾਰੀ ਲਈ ਜਾ ਸਕਦੀ ਹੈ ਨਾ। ਮੈਨੂੰ ਯਾਦ ਹੈ ਸਾਡੇ ਕੈਨੇਡਾ ਦੇ ਵਿੱਚ ਇੱਕ ਪ੍ਰੇਰੀ ਸਾਈਡ ਤੇ ਸੰਸਥਾ, ਉੱਥੇ ਕੁਝ ਮਸਲਾ ਹੋਇਆ ਕਿ ਭਾਈ ਜਿਹੜੇ ਸਾਡੇ ਇੱਥੇ ਪ੍ਰਬੰਧਕ ਨੇ ਆ, ਦੂਜੇ ਤੀਜੇ ਠੀਕ ਨਹੀਂ, ਆਪਾਂ ਬਦਲ ਦੇਣੇ ਨੇ। ਤੇ ਉਹ ਕਹਿੰਦੇ ਠੀਕ ਆ ਭਾਈ, ਬਦਲ ਦਿੰਦੇ ਆ। ਤੇ ਬਦਲਣ ਵਾਸਤੇ ਉਹਨਾਂ ਨੇ ਇੱਕ ਛੋਟਾ ਜਿਹਾ ਕ੍ਰਾਈਟੀਰੀਆ ਰੱਖਿਆ, ਫਾਰਮ ਲੈਣੇ ਨੇ ਜੋ ਸ਼ਖਸ ਇੰਟਰਸਟਡ ਨੇ ਕਿ ਇਹਦੇ 'ਚ ਕੁਛ ਸੇਵਾ ਕਰਨੀ ਚਾਹੁੰਦੇ ਨੇ। ਉਹਨਾਂ ਕਿਹਾ ਤੇ ਉਹ ਕਾਫੀ ਫਾਰਮ ਆ ਗਏ। ਉਹਨਾਂ ਮੁੜ ਕੇ ਕਿਹਾ ਕਿ ਛੋਟਾ ਜਿਹਾ ਇੱਕ ਫਾਰਮੈਟ ਹੋਰ ਭਰਨਾ, ਤੁਸੀਂ ਫਾਰਮੈਟ ਇਹ ਭਰਨਾ ਹੈ ਕਿ ਤੁਹਾਡੇ ਕੋਲ ਪਹਿਲੇ ਨੰਬਰ ਤੇ ਇਹ ਹੈ ਵੀ ਕਿੰਨਾ ਕੁ ਫ੍ਰੀ ਟਾਈਮ ਹੁੰਦਾ ਸੰਸਥਾ ਵਿੱਚ ਲਗਾਉਣ ਵਾਸਤੇ, ਉਹ ਦੱਸੋ। ਜੇ ਫ੍ਰੀ ਟਾਈਮ ਹੁੰਦਾ ਤੇ ਇਸ ਤੋਂ ਪਹਿਲਾਂ ਤੁਸੀਂ ਇਸ ਸੰਸਥਾ ਵਿੱਚ ਕੁਝ ਫ੍ਰੀ ਟਾਈਮ ਲਗਾਇਆ, ਇੱਥੇ ਆ ਕੇ ਕਿੱਥੇ ਲਗਾਇਆ ਹੈਗਾ, ਕਿਹੜੀਆਂ ਸੇਵਾਵਾਂ ਤੁਸੀਂ ਕਰ ਸਕਦੇ ਹੋ। ਇਸ ਤੋਂ ਪਹਿਲਾਂ ਤੁਹਾਡਾ ਵਲੰਟੀਅਰ ਵਰਗ ਦਾ ਹੋਰ ਸਾਰਾ ਐਕਸਪੀਰੀਅੰਸ ਕੀ ਹੈਗਾ। ਆਪ ਹੈਰਾਨ ਹੋਵੋਗੇ, 2% ਬੰਦੇ ਵੀ ਨਾ ਰਹਿ ਗਏ, ਐਵਰੀਥਿੰਗ ਗੋ ਟੋਟਲੀ। ਸੋ ਇਹ ਰੂਪ ਆ। ਹਾਂ, ਜੀ ਆਇਆਂ ਸਭ ਨੂੰ ਹੋਣਾ ਚਾਹੀਦਾ। ਸੰਸਥਾਵਾਂ ਦੇ 'ਚ ਖਾਮੀਆਂ ਕਮੀਆਂ ਜ਼ਰੂਰ ਹੁੰਦੀਆਂ ਨੇ। ਅਸੀਂ ਆਪਣੀ ਵੱਡੀ ਸੰਸਥਾ ਤੋਂ ਲਈਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਛੋਟੀਆਂ ਸਿੰਘ ਸਭਾਵਾਂ ਤੱਕ ਆ ਜਾਈਏ, ਭਈ ਹਰ ਚੀਜ਼ ਨੂੰ ਗੁਰੂ ਆਸ਼ੇ ਮੁਤਾਬਕ ਚਲਾਈਏ, ਇਹ ਸਾਡੀ ਜ਼ਿੰਮੇਵਾਰੀ ਹੈ। ਪਰ ਇਸ ਸਾਰੇ ਦੇ ਵਿੱਚ ਸੇਵਾ ਦਾ ਸੰਕਲਪ ਹੈ, ਮਨੁੱਖਤਾ ਦੀ ਸੇਵਾ ਦਾ ਕੌਨਸੈਪਟ ਹੈ। ਇੱਥੇ ਗੁਰੂ ਸਾਹਿਬ ਨੇ ਬਾਤ ਕੀਤੀ, ਭਾਈ ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸ ਨੂੰ ਹੋਏ ਦਿਆਲਾ। ਜਿਹਦੇ ਤੇ ਉਹ ਤਰਸ ਕਰਦਾ, ਉਹ ਫਿਰ ਮਾਨਵ ਪੱਖੀ ਸੇਵਾ ਦਾ ਕੌਨਸੈਪਟ ਉਹਨੂੰ ਅਡਾਪਟ ਕਰਦਾ, ਇਕੱਲੇ ਇੱਕ ਇੰਸਟੀਟਿਊਸ਼ਨ ਵਿੱਚ ਨਹੀਂ, ਜਿੱਥੇ ਵੀ ਮੌਕਾ ਬਣਦਾ। ਅਗਲਾ ਬਚਨ ਹੈ, ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰ। ਬਾਕੀ ਉਸ ਗੁਰਦੇਵ ਦੀ ਮੂਰਤੀ ਤੇ ਸਫਲ ਹੈ ਭਾਈ, ਸਰਬ ਕਲਾ ਭਰਪੂਰੇ ਭਾਵ ਉਹ ਸਭ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਾਡੀ ਜੀਵਨ ਨੂੰ ਕਲਾਤਮਕ ਪੱਖ ਤੋਂ ਉੱਚਾ ਚੁੱਕ ਸਕਦੀ ਹੈਗੀ ਹੈ। ਅੰਤਲੀ ਲਾਈਨ ਹੈ ਪਹਿਲੇ ਪਦ ਦੀ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰ। ਇਹ ਨਾਨਕ ਹੈ, ਗੁਰੂ ਤੇ ਪਾਰ ਬ੍ਰਹਮ ਇੱਕੋ ਰੂਪ ਹੀ ਹੈ, ਤੇ ਉਹਦੀ ਸਦਾ ਤੋਂ ਲੈ ਕੇ ਸਦਾ ਤੱਕ ਹਾਜ਼ਰਾ ਹਜ਼ੂਰੀਅਤ ਹੈ, ਭਾਵ ਉਹ ਕਿਤੇ ਦੂਰ ਨਹੀਂ ਗਾ, ਬਾਹਰ ਨਹੀਂ ਗਾ, ਉਹ ਤੇ ਹਾਜ਼ਰਾ ਹਜ਼ੂਰ ਹੈ। ਸਾਹਿਬ ਰਹਿਮਤ ਕਰਨ, ਇਹ ਨਾਲਮੀ ਵਾਕਿਆ ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਹਰ ਰੋਜ਼ ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਨੋ ਡਾਊਟ ਖੂਨੀ ਸੰਘਰਸ਼ ਹੈ ਕਿਸ ਲੈਵਲ ਤੇ ਪਹੁੰਚ ਚੁੱਕਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪੂਰੀ ਮਨੁੱਖਤਾ ਇਸ ਬਾਬਤ ਵਾਕਫ ਹੋ ਚੁੱਕੀ ਹੈ। ਪਰ ਇਹ ਹੈ ਮਾਲਕ ਦਾ ਕੋਈ ਆਪਣਾ ਇਹਦੇ 'ਚ ਕਲਾ ਹੀ ਹੈ, ਜਿਹੜੀ ਇਸ ਰੂਪ ਦੇ 'ਚ ਇਹ ਸਾਰੇ ਸੰਘਰਸ਼ ਹੋਣ ਦੇ ਬਾਵਜੂਦ ਵੀ ਉਹ ਅੱਜ ਵੀ ਸਿੱਝ ਰਹੇ ਨੇ, ਉਹ ਅੱਜ ਵੀ ਨਜਿੱਠ ਰਹੇ ਨੇ। ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਨਾਲ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।